ਪਿਆਰੇ ਕਿਸਾਨ ਵੀਰੋ ਤੇ ਭੈਣੋ, ਖੇਤੀ ਦੇ ਵਿੱਚ ਜਦੋਂ ਅਸੀਂ ਨਵੀਆਂ ਤਕਨੀਕਾਂ ਨੂੰ ਲਾਗੂ ਕਰਨ ਦੀ ਗੱਲ ਕਰਨੇ ਆ ਤੇ ਜਦੋਂ ਅਸੀਂ ਖੁਦ ਖੇਤਾਂ 'ਚ ਜਾ ਕੇ ਫਸਲ ਨੂੰ ਵੇਖਨੇ ਆ ਤੇ ਫਿਰ ਫਸਲ ਆਪ ਬੋਲਦੀ ਏ, ਫਿਰ ਸਾਨੂੰ ਪਤਾ ਲੱਗਦਾ ਵੀ ਕਿਹੜੇ ਕੰਮ ਕਰਨ ਵਾਲੇ ਹੈਗੇ ਨੇ। ਅੱਜ ਅਸੀਂ ਮਾਹਿਰਾਂ ਦੇ ਨਾਲ ਖੇਤਾਂ 'ਚ ਖੜੇ ਆ। ਜ਼ਿਲ੍ਹਾ ਜਲੰਧਰ ਦੇ ਮੁੱਖ ਖੇਤੀਬਾੜੀ ਅਫਸਰ ਨੇ ਡਾਕਟਰ ਸੁਰਿੰਦਰ ਸਿੰਘ ਜੀ। ਇਹਦੇ ਨਾਲ ਸਾਡੇ ਜ਼ਿਲ੍ਹੇ ਦੇ ਸਹਾਇਕ ਗੰਨਾ ਵਿਕਾਸ ਅਫਸਰ ਡਾਕਟਰ ਬਲਬੀਰ ਚੰਦ ਜੀ ਮੇਰੇ ਨਾਲ ਨੇ। ਇਸ ਇਲਾਕੇ ਦੇ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਅਮਰੀਕ ਸਿੰਘ ਵੀ ਹੈਗੇ ਨੇ। ਡਾਕਟਰ ਬਲਕਾਰ ਚੰਦ ਵੀ ਖੇਤੀਬਾੜੀ ਵਿਗਿਆਨੀ ਨੇ, ਉਹ ਵੀ ਸਾਡੇ ਨਾਲ ਨੇ। ਸੋ ਨਾਲ ਦੇ ਨਾਲ ਇਲਾਕੇ ਦੇ ਕਿਸਾਨ ਵੀ ਨੇ। ਇਹ ਸਾਰੇ ਆਪਾਂ ਖੇਤਾਂ 'ਚ ਆਏ ਆ ਤੇ ਖੇਤਾਂ ਦੇ ਵਿੱਚ ਜਦੋਂ ਅਸੀਂ ਵਿਚਰਨੇ ਆ ਤੇ ਮਾਹਿਰਾਂ ਕੋਲੋਂ ਸਲਾਹ ਲੈਣੀ ਬੜੀ ਜ਼ਰੂਰੀ ਹੈ ਵੀ ਕਿਹੜੇ ਕਿਹੜੇ ਕੰਮ ਹੁਣ ਕਰਨ ਵਾਲੇ ਨੇ, ਚਾਹੇ ਕਣਕ ਹੈ ਚਾਹੇ ਕਮਾਦ ਹੈ। ਤੇ ਇਹ ਕੰਮ ਜੇ ਅਸੀਂ ਤਕਨੀਕ ਨਾਲ ਕਰਾਂਗੇ, ਸਮੇਂ ਸਿਰ ਕਰਾਂਗੇ ਤੇ ਫਿਰ ਚੰਗੇ ਪੈਸੇ ਲੱਭਣਗੇ, ਚੰਗਾ ਝਾੜ ਮਿਲੂ, ਕੁਆਲਿਟੀ ਦਾ ਝਾੜ ਮਿਲੂ। ਡਾਕਟਰ ਸੁਰਿੰਦਰ ਸਿੰਘ ਜੀ, ਬੜੇ ਵਧਾਈ ਦੇ ਪਾਤਰ ਹੋ ਤੁਸੀਂ ਕਿ ਦੇਖੋ ਇਹ ਖੇਤਾਂ ਦੇ ਵਿੱਚ ਕਿਸਾਨਾਂ ਨਾਲ ਜਾ ਕੇ ਗੱਲ ਕਰਨੀ ਤੇ ਕੋਲੋਂ ਵੇਖ ਕੇ ਫਸਲਾਂ ਨੂੰ ਉਹਦੇ ਦੱਸਣਾ ਵੀ ਅੱਜ ਕੱਲ੍ਹ ਕਿਹੜੇ ਕੰਮ ਕਰਨ ਵਾਲੇ ਨੇ, ਇਹ ਬੇਹੱਦ ਜ਼ਰੂਰੀ ਉਪਰਾਲਾ ਹੈਗਾ। ਤੇ ਹੁਣ ਇਸ ਵਕਤ ਕਣਕ ਦੀ ਫਸਲ ਜਿਸ ਸਟੇਜ 'ਤੇ ਖੜੀ ਏ, ਕਿੱਦਾਂ ਦੇ ਉਪਰਾਲੇ ਤੁਹਾਨੂੰ ਲੱਗਦੇ ਨੇ ਕਿ ਜ਼ਰੂਰੀ ਨੇ, ਕਿਸਾਨ ਨੂੰ ਕੀ ਕਰਨਾ ਚਾਹੀਦਾ ਤਾਂ ਕਿ ਦੇਖੋ ਇਹ ਸਟੇਜ ਬੜੀ ਜ਼ਰੂਰੀ ਹੈ। ਇਸ ਤੋਂ ਬਾਅਦ ਫਿਰ ਕਣਕ ਨੇ ਵਧਣਾ, ਫਿਰ ਆਪਾਂ ਨੂੰ ਝਾੜ ਮਿਲਣਾ ਤੇ ਉਹ ਕੰਮ ਹੁਣ ਚੰਗਾ ਰੱਭਾਂਗੇ ਤੇ ਚੰਗੇ ਆਪਾਂ ਨੂੰ ਝਾੜ ਦੇ ਨਤੀਜੇ ਚੰਗੇ ਮਿਲਣਗੇ। ਕੀ ਕਹਿਣਾ ਚਾਹੁੰਦੇ ਹੋ? ਸਾਡੇ ਜ਼ਿਲ੍ਹੇ 'ਚ ਤਕਰੀਬਨ ਕੋਈ 1,70,000 ਹੈਕਟੇਅਰ ਜਿਹੜੀ ਇਹ ਕਣਕ ਦੀ ਫਸਲ ਜਿਹੜੀ ਉਹ ਬੀਜੀ ਗਈ ਹੈ ਔਰ ਬਕਾਇਦਾ ਇਹ ਜਿਹੜੀ ਫਸਲ ਹੈ ਔਰ ਸਮੇਂ ਸਿਰ ਜਿਹੜੀ ਬੀਜੀ ਗਈ ਔਰ ਅਸੀਂ ਦੇਖ ਰਹੇ ਹਾਂ ਕਿ ਇਹਦੀ ਹਾਲਤ ਜਿਹੜੀ ਹੈ ਬਹੁਤ ਵਧੀਆ ਔਰ ਅਸੀਂ ਇਸ ਸਮੇਂ ਖੇਤਾਂ ਵਿੱਚ ਵੀ ਖੜ੍ਹੇ ਹਾਂ ਔਰ ਜੋ ਇਸ ਸਮੇਂ ਮੈਂ ਸਮਝਦਾ ਕਿਸਾਨਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਫਸਲ ਜਿਹੜੀ ਇਨੀਸ਼ੀਅਲ ਸਟੇਜ 'ਤੇ ਆਪਾਂ ਬੀਜਦੇ ਹਾਂ ਉਸ ਤੋਂ ਬਾਅਦ ਸਾਡੀ ਮਹੀਨਾ 2 ਮਹੀਨੇ ਬਾਅਦ ਸਾਨੂੰ ਕਈ ਵਾਰੀ ਨਾ ਫਸਲ ਦੇ ਵਿੱਚ ਪੀਲਾਪਨ ਆ ਜਾਂਦਾ। ਪੀਲੇਪਨ ਦੇਖ ਕੇ ਸਾਨੂੰ ਇਹ ਮਾਹਰਾਂ ਨੂੰ ਕੋ ਜ਼ਰੂਰ ਸਾਨੂੰ ਸਲਾਹ ਲੈ ਲੈਣੀ ਚਾਹੀਦੀ, ਕਿਉਂਕਿ ਇਹਦੇ ਬਹੁਤ ਸਾਰੇ ਕਾਰਨ ਹੁੰਦੇ ਨੇ, ਜਿਸ ਤਰ੍ਹਾਂ ਕਿ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਆਦਿ ਦੀ ਘਾਟ ਹੋ ਜਾਂਦੀ ਹੈ ਔਰ ਇਸ ਸਮੇਂ ਕਈ ਵਾਰੀ ਛੋਟੇ ਤੱਤਾਂ ਦੀ ਵੀ ਘਾਟ ਹੋ ਜਾਂਦੀ ਹੈ। ਸੋ ਕਈ ਵਾਰੀ ਸਾਨੂੰ ਪੀਲਾਪਨ ਜਿਹੜਾ, ਕਿਉਂਕਿ ਕਈ ਵਾਰੀ ਬਹੁਤ ਸਾਰੀ ਕਈ ਵਾਰੀ ਨੀਵੀਂ ਜਗ੍ਹਾ 'ਤੇ ਜ਼ਮੀਨ ਹੁੰਦੀ ਹੈ ਔਰ ਪਾਣੀ ਬਾਰਿਸ਼ ਦਾ ਖੜਨ ਕਰਕੇ ਵੀ ਜਿਹੜੀ ਹੈ ਇਹ ਪੀਲਾਪਨ ਆ ਜਾਂਦਾ। ਸੋ ਡਾਕਟਰ ਸਾਹਿਬ, ਕਈ ਵਾਰੀ ਕਿਸਾਨ ਇਹ ਵੀ ਗੱਲ ਕਰਦਾ ਹੈ ਕਿ ਕਿਉਂਕਿ ਹੁਣ ਨਦੀਨਾਂ ਦੀ ਸਮੱਸਿਆ ਵੀ ਜਿਹੜੀ ਹੈ ਉਹਨੂੰ ਵੀ ਨਜਿੱਠਣਾ ਪੈ ਰਿਹਾ, ਕੱਖ ਦੀ ਸਮੱਸਿਆ ਨੂੰ ਵੀ ਨਜਿੱਠਣਾ ਪੈ ਰਿਹਾ ਅਤੇ ਕਿਸਾਨ ਕਹਿੰਦਾ ਕਿ ਮੈਂ ਬਾਰ-ਬਾਰ ਸਪਰੇਆਂ ਕਰਨਾ, ਕੱਖ ਮਰ ਨਹੀਂ ਡੇ। ਕਈਆਂ ਕਿਸਾਨਾਂ ਦੀ ਇਹ ਸ਼ਿਕਾਇਤ ਹੈਗੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਖਾਸ ਕਰਕੇ ਮੈਂ ਚਾਹਾਂਗਾ ਕਿ ਨਦੀਨ ਨਾਸ਼ਕ ਦਵਾਈ ਜਿਹੜੀ ਹੈ ਉਹ ਖਾਸ ਕਰਕੇ ਸਾਨੂੰ ਕਿਸਾਨਾਂ ਨੂੰ ਬਦਲ ਕੇ ਸਪਰੇਅ ਕਰਨੀ ਚਾਹੀਦੀ ਹੈ। ਇਹਦੇ ਵਿੱਚ ਸਾਡੇ ਕੋਲ ਆਈਸੋਪਰੋਟੋਨ ਗਰੁੱਪ ਹੈਗਾ। ਜੇਕਰ ਆਪਣੀ ਹਲਕੀ ਜ਼ਮੀਨ ਹੈ 300 ਜਿਹੜੀ ਆਪਾਂ ਗ੍ਰਾਮ, ਜੇਕਰ ਮੀਡੀਅਮ ਹੈਗੀ ਜ਼ਮੀਨ ਤੇ 400 ਗ੍ਰਾਮ, ਜੇਕਰ ਭਾਰੀ ਜ਼ਮੀਨ ਤੇ 500 ਗ੍ਰਾਮ ਜਿਹੜੀ ਆਪਾਂ ਸਪਰੇਅ ਜਿਹੜੀ ਕਰ ਸਕਦੇ ਹਾਂ ਔਰ ਤਕਰੀਬਨ 200 ਲੀਟਰ ਜਿਹੜਾ ਪਾਣੀ ਦੇ ਵਿੱਚ ਸਪਰੇਅ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਜੇਕਰ ਆਪਾਂ ਦੂਸਰੇ ਗਰੁੱਪ ਨੇ ਸਾਡੇ ਕੋਲ ਸਲਫੋਨ ਗਰੁੱਪ ਹੈਗਾ। ਫਿਰ ਜੇਕਰ ਚੌੜੇ ਪੱਤਿਆਂ ਵਾਲੀ ਸਾਡੇ ਕੋਲ ਨਦੀਨ ਨੇ ਸਾਡੇ ਖੇਤਾਂ ਦੇ ਵਿੱਚ ਤੇ ਅਸੀਂ 2,4-D ਗਰੁੱਪ ਜਿਹੜੀ ਹੈ ਜਾਂ ਏਮਜ਼ ਦਵਾਈ ਹੈ, ਫਿਨਟੀ ਹੈ, ਉਹ ਅਸੀਂ ਸਪਰੇਅ ਕਰ ਸਕਦੇ ਹਾਂ। ਸੋ ਗੱਲ ਇਹ ਹੈ ਕਿ ਦਵਾਈ ਆਪਾਂ ਜਿਹੜੀ ਵੀ ਕਰਨੀ ਹੈ, ਡਾਕਟਰ ਸਾਹਿਬ ਨੇ ਬੜਾ ਵਧੀਆ ਗੱਲ ਦੱਸੀ ਹੈ ਕਿ ਆਪਾਂ ਨੂੰ ਦਵਾਈ ਪਿਛਲੇ ਸੀਜ਼ਨ ਜਿਹੜੀ ਕੀਤੀ ਉਹ ਗਰੁੱਪ ਦੁਬਾਰਾ ਨਹੀਂ ਕਰਨਾ ਚਾਹੀਦਾ। ਡਾਕਟਰ ਸਾਹਿਬ, ਕਈ ਵਾਰੀ ਦੇਖੋ ਨਦੀਨਾਂ ਦੀ ਗੱਲ ਹੀ ਆਪਾਂ ਜੇ ਕਰ ਲਈਏ ਤੇ ਕਿਸਾਨ ਕਈ ਵਾਰੀ ਨਾ ਡੀਲਰ ਦੇ ਕਹਿਣ 'ਤੇ ਦਵਾਈ ਦੇਖੋ ਬਾਜ਼ਾਰ ਜਾਂਦਾ, ਦਵਾਈ ਲੈ ਕੇ ਆ ਜਾਂਦਾ ਅਤੇ ਬਾਅਦ 'ਚ ਜਦੋਂ ਸ਼ਿਕਾਇਤ ਲੱਭਦੀ ਹੈ ਫਿਰ ਨੁਕਸਾਨ ਕਿਸਾਨ ਦਾ ਹੋ ਜਾਂਦਾ ਅਤੇ ਉਹਦੇ ਕੋਲ ਕੋਈ ਇਹ ਨਹੀਂ ਹੁੰਦਾ ਕਿ ਪ੍ਰੂਫ ਨਹੀਂ ਹੁੰਦਾ ਕਿ ਉਹਨੇ ਦਵਾਈ ਕਿੱਥੋਂ ਲਈ। ਸੋ ਇਹ ਵੀ ਸਮੱਸਿਆ ਕਈ ਵਾਰੀ ਆਉਂਦੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਗੁਲਾਟੀ ਸਾਹਿਬ, ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਦੋਂ ਵੀ ਕੋਈ ਕਿਸਾਨ ਵੀਰ ਕੋਈ ਦਵਾਈ ਲੈਂਦਾ ਕਿਸੇ ਵੀ ਡੀਲਰ ਦੇ ਕੋਲੋਂ, ਕੋਈ ਬਕਾਇਦਾ ਉਹ ਆਪਣਾ ਉਹਦੇ ਕੋਲੋਂ ਬਿੱਲ ਜ਼ਰੂਰ ਲਵੇ ਔਰ ਦਵਾਈ ਦਾ ਬਕਾਇਦਾ ਉਹਦੇ ਵਿੱਚ ਬੈਚ ਨੰਬਰ ਔਰ ਕਦੋਂ ਐਕਸਪਾਇਰੀ ਹੈਗੀ ਹੈ ਉਹ ਜ਼ਰੂਰ ਲਿਖਾ ਕੇ ਲਵੇ। ਔਰ ਮੈਂ ਸਮਝਦਾ ਕਿ ਕਈ ਵਾਰੀ ਸਾਡੇ ਆਪਾਂ ਕਿਸਾਨ ਵੀਰ ਸਮਝਦੇ ਵੀ ਇਹ ਦਵਾਈ ਦਾ ਸਾਡੇ 'ਤੇ ਕੋਈ ਨਦੀਨਾਂ 'ਤੇ ਬਹੁਤਾ ਅਸਰ ਨਹੀਂ ਹੋਇਆ। ਕਈ ਵਾਰੀ ਤਕਨੀਕੀ ਪੱਖ ਜਿਹੜੇ ਨੇ ਸਾਨੂੰ ਰਹਿ ਜਾਂਦੇ ਨੇ। ਕਈ ਵਾਰੀ ਅਸੀਂ ਪੂਰਾ ਪਾਣੀ ਨਹੀਂ ਲਾਉਂਦੇ ਜਾਂ ਕਈ ਵਾਰੀ ਮੌਸਮ ਦੀ ਤਬਦੀਲੀ ਕਰਕੇ, ਕਿਉਂਕਿ ਲਗਾਤਾਰ ਜਿਹੜੀ ਹੈ ਮੌਸਮ ਜਿਹੜਾ ਕਈ ਵਾਰੀ ਧੁੰਦਾਂ ਹੋਣ ਕਰਕੇ ਇਹ ਸਾਡੀ ਜਿਹੜੀ ਹੈ ਬਹੁਤੇ ਨਦੀਨ ਜਿਹੜੇ ਨੇ ਉਹ ਅਸਰ ਨਹੀਂ ਕਰਦੇ, ਕਿਉਂਕਿ ਆਮ ਤੌਰ 'ਤੇ ਜਦੋਂ ਆਪਾਂ ਨਦੀਨਨਾਸ਼ਕ ਦੀ ਸਪਰੇਅ ਕਰਦੇ ਹਾਂ ਖਾਸ ਤੌਰ 'ਤੇ ਸਾਡੀ ਧੁੱਪ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਇਹ ਤਕਨੀਕਾਂ ਸਾਰੀਆਂ ਆਪਸ 'ਚ ਜੁੜੀਆਂ। ਆਪਾਂ ਜੇ ਸਪਰੇਅ ਦੀ ਗੱਲ ਕਰਨੀ ਹੈ ਤਾਂ ਮੌਸਮ ਦਾ ਲਿਹਾਜ਼ ਵੀ ਰੱਖਣਾ ਪਊ,
ਪਾਣੀ ਦਾ ਲਿਹਾਜ਼ ਵੀ ਰੱਖਣਾ ਪਊ ਤੇ ਚੰਗੀ ਥਾਂ ਤੋਂ ਭਰੋਸੇਯੋਗ ਥਾਂ ਤੋਂ ਦਵਾਈ ਵੀ ਆਪਾਂ ਨੂੰ ਖਰੀਦਣੀ ਪਊ। ਇਹ ਸਾਰੇ ਕੰਮ ਜਿਹੜੇ ਨੇ ਇਕੱਠੇ ਤੁਰਨਗੇ ਤੇ ਫਿਰ ਆਪਾਂ ਨੂੰ ਚੰਗੇ ਨਤੀਜੇ ਮਿਲਦੇ ਨੇ। ਡਾਕਟਰ ਅਮਰੀਕ ਸਿੰਘ ਜੀ, ਤੁਸੀਂ ਇਹ ਆਦਮਪੁਰ ਬਲਾਕ ਦੇ ਵਿੱਚ ਕੰਮ ਕਰਨ ਡਏ ਹੋ ਬਤੌਰ ਖੇਤੀਬਾੜੀ ਵਿਕਾਸ ਅਫਸਰ, ਤੇ ਤੁਹਾਡੇ ਇਲਾਕੇ ਦੇ ਵਿੱਚ ਹਰ ਵਾਰੀ ਪੀਲੀ ਕੁੰਗੀ ਦਾ ਪ੍ਰਕੋਪ ਇਸ ਪੱਖੋਂ ਵੱਧਦਾ ਕਿਉਂਕਿ ਤੁਸੀਂ ਬਿਲਕੁਲ ਪਹਾੜਾਂ ਦੇ ਲਾਗੇ ਤੁਹਾਡਾ ਬਲਾਕ ਹੈਗਾ ਹੈ। ਆਪਣੇ ਬਲਾਕ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਕਿਤੇ ਇਹ ਕੋਈ ਸਮੱਸਿਆ ਤਾਂ ਨਹੀਂ ਆਈ ਤੁਹਾਨੂੰ ਪੀਲੀ ਕੁੰਗੀ ਵਾਲੀ ਅਜੇ? ਡਾਕਟਰ ਸਾਹਿਬ, ਇਸ ਤਰ੍ਹਾਂ ਵੀ ਜਿਹੜਾ ਸਾਡੇ ਬਲਾਕ ਦਾ ਟੋਟਲ ਏਰੀਆ ਹੈਗਾ 13,000 ਹੈਕਟੇਅਰ ਕਣਕ ਦੇ ਥੱਲੇ ਹੈਗਾ। ਇਹਦੇ ਵਿੱਚੋਂ ਜਿਹੜਾ ਸਾਡੇ ਹੁਸ਼ਿਆਰਪੁਰ ਸਾਈਡ ਦੇ ਨਾਲ ਲੱਗਦਾ ਹੈਗਾ ਏਰੀਆ, ਉਧਰਲੇ ਸਾਈਡ ਤੋਂ ਸਭ ਤੋਂ ਪਹਿਲਾਂ ਪੀਲੀ ਕੁੰਗੀ ਦੀ ਸ਼ਿਕਾਇਤ ਆਉਂਦੀ ਹੈ, ਪਰ ਇਸ ਟਾਈਮ ਅਜੇ ਤੱਕ ਤਾਂ ਕੋਈ ਸ਼ਿਕਾਇਤ ਨਹੀਂ ਆਈ। ਤੇ ਪੀਲੀ ਕੁੰਗੀ ਦੀ ਪਹਿਚਾਣ ਕੀ ਹੈ, ਕਿਉਂਕਿ ਤੁਸੀਂ ਨੇੜੇ ਹੋ ਕੇ ਵੇਖਿਆ ਵੀ ਹੈਗਾ, ਤੇ ਨਾਲ ਜੇ ਪਹਿਚਾਣ ਹੋ ਜਾਏ ਤੇ ਕੀ ਉਪਰਾਲੇ ਕਰਨੇ ਚਾਹੀਦੇ ਨੇ, ਇਹਦੇ ਬਾਰੇ ਵੀ ਜਾਣਕਾਰੀ ਸਾਨੂੰ ਦਿਓ। ਸਭ ਤੋਂ ਪਹਿਲਾਂ ਜੀ ਇਹਦੀ ਪਛਾਣ ਹੈਗੀ ਆ, ਜਦੋਂ ਆਉਂਦੀ ਹੈਗੀ ਆ ਜਿਹੜੇ ਕਣਕ ਦੇ ਪੱਤਿਆਂ ਦੇ ਹਲਦੀ ਵਾਂਗੂ ਪਾਊਡਰ ਖਿਲਰ ਜਾਂਦਾ ਹੈਗਾ, ਜਦੋਂ ਅਸੀਂ ਵਿੱਚ ਦੀ ਲੰਘਦੇ ਹਾਂ ਸਾਡੇ ਪਿੰਡ ਦੇ ਨਾਲ ਜਾਂ ਹੱਥ ਦੇ ਨਾਲ ਉਹ ਲੱਗ ਜਾਂਦਾ ਹੈਗਾ। ਤੇ ਇਹਦਾ ਹੱਲ ਕੀ ਕਰਨਾ ਚਾਹੀਦਾ? ਇਹਦੇ ਹੱਥ ਜੀ ਆਪਣੇ ਫੰਜੀਸਾਈਡ ਆਉਂਦੇ ਹੈਗੇ ਆ, ਉਹ ਸਿਰਫ ਜਿਹੜੇ ਆਪਣੇ ਮਾਹਰ ਹੈਗੇ ਉਹਨਾਂ ਦੀ ਸਲਾਹ ਨਾਲ ਸਪਰੇਅ ਕਰਨੇ ਚਾਹੀਦੇ ਹੈਗੇ ਆ। ਬਿਲਕੁਲ ਜੀ, ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਕਿਉਂਕਿ ਪਹਾੜਾਂ ਦਾ ਇਲਾਕਾ ਔਰ ਆਮ ਤੌਰ ਤੇ ਮਾਹਿਰ ਸਾਨੂੰ ਦੱਸਦੇ ਨੇ ਕਿ ਅਜਿਹੇ ਇਲਾਕੇ ਜਿਹੜੇ ਕਿ ਨੀਮ ਪਹਾੜੀ ਇਲਾਕਿਆਂ ਦੇ ਲਾਗੇ ਨੇ, ਉਹਨਾਂ ਨੂੰ ਜ਼ਿਆਦਾ ਸੁਚੇਤ ਹੋਣ ਦੀ ਜ਼ਰੂਰਤ ਹੈ। ਇਸੇ ਕਰਕੇ ਪੂਰਾ ਸਟਾਫ ਇਹਨਾਂ ਦਾ ਖੇਤਾਂ 'ਚ ਘੁੰਮ ਰਿਹਾ ਔਰ ਦੇਖ ਰਿਹਾ ਵੀ ਕਿ ਕੋਈ ਅਜੇ ਹੀ ਕੋਈ ਚਿੰਨ੍ਹ ਤੇ ਨਹੀਂ ਨਜ਼ਰ ਆਉਣ ਡੇ। ਡਾਕਟਰ ਸਾਹਿਬ, ਇਹ ਬੜੀ ਇੱਕ ਬਿਮਾਰੀ ਹੈ ਪੀਲੀ ਕੁੰਗੀ ਦੀ ਕਣਕ ਦੇ ਉੱਤੇ, ਔਰ ਹੋਰ ਬਿਮਾਰੀਆਂ ਵੀ ਕਾਫੀ ਕਣਕ 'ਤੇ ਆਉਂਦੀਆਂ। ਸੋ ਤੁਸੀਂ ਬਤੌਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਹੋ ਔਰ ਤੁਹਾਡਾ ਜ਼ਰਾਇਤ ਮਹਿਕਮਾ ਦੇ ਨਾਤੇ ਕਿੱਦਾਂ ਦੇ ਉਪਰਾਲੇ ਤੁਸੀਂ ਕੀਤੇ ਨੇ ਤਾਂ ਕਿ ਵਕਤ ਸਿਰ ਇਹ ਬਿਮਾਰੀ ਕਿੰਨੀ ਕੁ ਘਾਤਕ ਹੈ ਔਰ ਵਕਤ ਸਿਰ ਨੂੰ ਨਜਿੱਠਣਾ ਕਿੰਨਾ ਕੁ ਜ਼ਰੂਰੀ ਹੈ? ਦੇਖੋ, ਇਹ ਬਿਲਕੁਲ ਸਹੀ ਗੱਲ ਹੈ ਕਿ ਆਪਾਂ ਜਿਹੜੀ ਇਹ ਕੋਈ ਵੀ ਜੇ ਬਿਮਾਰੀ ਭਾਵੇਂ ਕੋਈ ਵੀ ਹੋਵੇ, ਭਾਵੇਂ ਪੀਲੀ ਕੁੰਗੀ ਹੋਵੇ ਜਾਂ ਕੋਈ ਘਾਟ ਹੋਵੇ ਕਿਸੇ ਚੀਜ਼ ਦੀ, ਤੇ ਅਸੀਂ ਜ਼ਰੂਰ ਇਹ ਸਾਨੂੰ ਸਮੇਂ-ਸਮੇਂ ਤੇ ਜਿਹੜਾ ਇਹ ਫੀਲਡ ਦੀ ਵਿਜ਼ਿਟ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਅਸੀਂ ਕੀ ਕਰਦੇ ਹਾਂ ਵੀ ਹਰ ਮਹੀਨੇ ਜ਼ਿਲ੍ਹੇ ਦੀ ਇੱਕ ਪੈਸਟ ਸਰਵੇਲੈਂਸ ਮੀਟਿੰਗ ਹੁੰਦੀ ਹੈ, ਉਹ ਸਾਰੇ ਵਿਭਾਗਾਂ ਦੀ ਅਸੀਂ ਮੀਟਿੰਗ ਵੀ ਕਰਦੇ ਹਾਂ। ਉਹਦੇ ਵਿੱਚ ਅਸੀਂ ਸਾਰੇ ਮਾਹਰ ਵਿਚਾਰ ਕਰਕੇ ਔਰ ਦੇਖਦੇ ਹਾਂ ਕਿ ਕਿਤੇ ਜ਼ਿਲ੍ਹੇ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਪੀਲੀ ਕੁੰਗੀ ਜਾਂ ਕੋਈ ਹੋਰ ਕੋਈ ਬਿਮਾਰੀ ਤਾਂ ਨਹੀਂ ਹੈ, ਫਿਰ ਉਹਦਾ ਢੁਕਵਾਂ ਅਸੀਂ ਕਿਸਾਨਾਂ ਨੂੰ ਉਹਦਾ ਹੱਲ ਦੱਸਦੇ ਹਾਂ। ਇਸੇ ਤਰ੍ਹਾਂ ਹੀ ਸਾਡੇ ਜੋ ਖੇਤੀਬਾੜੀ ਅਫਸਰ ਬਲਾਕਾਂ ਦੇ ਨੇ, ਉਹਨਾਂ ਨੂੰ ਅਸੀਂ ਬਕਾਇਦਾ ਹਦਾਇਤਾਂ ਕੀਤੀਆਂ ਵੀ ਤੁਸੀਂ ਆਪਣਾ ਫੀਲਡ ਦੇ ਦੌਰਾ ਤਕਰੀਬਨ ਰੈਗੂਲਰ ਕਰਦੇ ਰਹੋ, ਔਰ ਜੇ ਕਿਤੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਹੈ ਤੇ ਉਸੇ ਵੇਲੇ ਹੀ ਕਿਸਾਨਾਂ ਨੂੰ ਇਸ ਬਾਰੇ ਤਕਨੀਕੀ ਜਾਣਕਾਰੀ ਦਿਓ, ਕਿਉਂਕਿ ਤਾਂ ਜੋ ਸਾਡਾ ਜਿਹੜਾ ਇਹ ਝਾੜ ਹੈ ਕਣਕ ਦਾ ਉਹ ਬਰਕਰਾਰ ਰਹਿ ਸਕੇ ਔਰ ਘਟ ਨਾ ਜਾਵੇ। ਬਿਲਕੁਲ ਜੀ, ਔਰ ਜ਼ਰੂਰੀ ਵੀ ਹੈ ਕਿ ਆਪਾਂ ਖੇਤਾਂ ਵੱਲ ਗੇੜਾ ਜ਼ਰੂਰ ਮਾਰੀਏ ਔਰ ਜਿੱਥੇ ਸਾਨੂੰ ਕੋਈ ਸ਼ਿਕਾਇਤ ਬਿਮਾਰੀ ਦੀ ਆਉਂਦੀ ਹੈ ਜਾਂ ਕਿਸੇ ਖੁਰਾਕੀ ਤੱਤ ਦੀ ਘਾਟ ਦੀ ਨਿਸ਼ਾਨੀ ਆਉਂਦੀ ਹੈ ਤੇ ਮੌਕੇ ਸਿਰ ਉਪਰਾਲੇ ਕਰਨੇ ਬੜੇ ਜ਼ਰੂਰੀ ਨੇ, ਵੇਲੇ ਸਿਰ ਉਪਰਾਲੇ ਕਰਨੇ ਬੜੇ ਜ਼ਰੂਰੀ ਨੇ। ਇਸ ਇਲਾਕੇ ਦੇ ਉੱਗੇ ਕਾਸ਼ਤਕਾਰ ਨੇ ਕਸ਼ਮੀਰ ਸਿੰਘ ਜੀ। ਕਸ਼ਮੀਰ ਸਿੰਘ ਜੀ, ਕਿੰਨੀ ਤੁਹਾਡੀ ਜ਼ਮੀਨ ਹੈ ਤੇ ਕਿਉਂਕਿ ਕਣਕ ਦੀ ਫਸਲ ਤੁਹਾਡੀ ਹੈਗੀ ਹੈ ਮੈਨੂੰ ਲੱਗਦਾ? ਜੀ ਸਰ। ਤੇ ਕਿੰਨੀ ਤੁਹਾਡੀ ਜ਼ਮੀਨ ਹੈ ਤੇ ਕਿੰਨੀ ਕਣਕ ਬੀਜੀ, ਕਿਹੜੀ ਵੈਰਾਈਟੀ ਬੀਜੀ ਤੁਸੀਂ? ਅਸੀਂ ਸਰ ਜਿੱਦਾਂ ਮੰਨ ਲਓ ਸਾਡੇ ਘਰ ਦੇ 5-6 ਕਿੱਲੇ ਹੈਗੇ ਆ, ਉਹਦਾ ਅਸੀਂ 125 ਕਿੱਲੇ ਦੀ ਵਾਹੀ ਕਰਦੇ ਹਾਂ। ਅਸੀਂ ਜਿਹੜਾ ਕਣਕ ਦਾ ਹੈਗਾ ਉਹ 40 ਕਿੱਲੇ ਲਗਾਏ ਹੈਗੇ ਆ, 343, 3086 ਤੇ 2967। ਤੇ ਕੁਛ ਅਸੀਂ ਸਰ ਜਿੱਦਾਂ ਹੈਗੀ ਆ ਬਈ ਮਿਕਸ ਕਰਕੇ ਬੀਜੀ ਹੈਗੀ ਆ। ਅਸੀਂ ਪਿਛਲੇ ਸਾਲ ਮਿਕਸ ਕਰਕੇ ਬੀਜੀ ਅਸੀਂ 2-3 ਵੈਰਾਈਟੀਆਂ, ਤੇ ਉਹਦਾ ਸਾਨੂੰ ਵਧੀਆ ਮੁਨਾਫਾ ਰਿਹਾ। ਮਿਕਸ ਨੂੰ ਜਰਾ ਵਜ਼ਾਹਤ ਕਰੋ, ਮਿਕਸ ਤੁਹਾਡਾ ਭਾਵ ਕੀ ਹੈ? ਮਿਕਸ ਮੰਨ ਲਓ ਜਿੱਦਾਂ ਬਈ 2967 ਹੋਈ ਜਾਂ 3086 ਹੋਈ, ਇਹਨਾਂ ਦੋਹਾਂ ਨੂੰ ਮਿਕਸ ਕਰਕੇ ਬੀਜੀਏ ਜਾਂ 343। ਅਸੀਂ ਕੀ ਫਾਇਦਾ ਹੁੰਦਾ ਉਹਦਾ ਸਰ ਜਿੱਦਾਂ ਹੈਗਾ ਬਈ ਕੁਛ ਜਿੱਦਾਂ ਹੈਗੀਆਂ ਵੈਰਾਈਟੀਆਂ ਮਿਡ ਵੈਰਾਈਟੀਆਂ ਹੈਗੀਆਂ ਥੱਲੀਆਂ, ਜਿਨ੍ਹਾਂ ਦਾ ਮੰਨ ਲਓ ਕਿ ਆਪਾਂ ਕਹਿ ਸਕਦੇ ਹਾਂ ਕੱਦ ਛੋਟਾ ਹੁੰਦਾ ਹੈ, ਉਹਦੇ ਕਰਕੇ ਉਹਦਾ ਥੋੜ੍ਹਾ ਜਿਹਾ ਵਧੀਆ ਮੱਧ ਮੁਨਾਫਾ ਰਹਿੰਦਾ ਹੈਗਾ ਜੀ, ਵੱਧ ਝਾੜ ਆਉਂਦਾ ਉਹਦੇ ਕਰਕੇ। ਲਓ ਜੀ, ਇਹ ਕਿਸਾਨ ਦਾ ਆਪਣਾ ਤਜਰਬਾ ਹੈਗਾ ਜੇ, ਇਹ ਤਜਰਬਾ ਆਪਣੇ ਮਾਹਿਰਾਂ ਨਾਲ ਸਾਂਝਾ ਕਰਕੇ ਫਿਰ ਨੂੰ ਤੁਸੀਂ ਬਣਾ ਸਕਦੇ ਹੋ। ਕਿੱਦਾਂ ਤੁਸੀਂ ਬਿਜਾਈ ਕੀਤੀ ਸੀ ਇਹਦੀ, ਕੋਈ ਦੱਸੋਗੇ ਢੰਗ ਤਰੀਕਾ ਕੀ ਸੀ ਤੁਹਾਡਾ? ਅਸੀਂ ਸਰ ਜਿੱਦਾਂ ਅੱਗ ਲਾਉਣ ਤੋਂ ਬਗੈਰ ਹੀ ਬੀਜੀ ਹੈ, ਅੱਗ ਨਹੀਂ ਅਸੀਂ ਲਗਾਈ ਹੈਗੀ, ਸੁਪਰ ਸੀਡਰ ਨਾਲ ਬਿਜਾਈ ਕੀਤੀ ਹੈਗੀ ਆ। ਜਿੱਦਾਂ ਇਹ ਤੁਸੀਂ ਦੇਖ ਰਹੇ ਆ ਖੇਤ ਹੈਗੇ ਆ ਕਿ ਸੁਪਰ ਸੀਡਰ ਨਾਲ ਬਿਜਾਈ ਜਿਹੜੀ ਬਹੁਤ ਵਧੀਆ ਰਹੀ ਆ ਸਾਡੀ। ਅੱਛਾ, ਸੁਪਰ ਸੀਡਰ ਨਾਲ ਬਿਜਾਈ ਤੁਸੀਂ ਕੀਤੀ ਏ ਤੇ ਜਿੰਨਾ ਖੇਤਾਂ 'ਚ ਖੜੇ ਆ ਉਹ ਸੁਪਰ ਸੀਡਰ ਨਾਲ ਹੀ ਕਣਕ ਬੀਜੀ ਏ, ਤੇ ਉਹਨਾਂ ਕਿਸਾਨਾਂ ਨੂੰ ਇਹ ਸੁਣਿਆ ਜਾਣਾ ਚਾਹੀਦਾ ਜਿਨ੍ਹਾਂ ਨੇ ਆਪਣੇ ਪਰਾਲੀ ਨੂੰ ਸਾੜ ਕੇ ਕਣਕ ਬੀਜੀ ਏ। ਤੇ ਤੁਸੀਂ ਤਜਰਬਾ ਕੀ ਆਪਣਾ ਸਾਂਝਾ ਕਰੋਗੇ ਅੱਜ? ਸਾਡਾ ਤਾਂ ਸਰ ਇਹੀ ਤਜਰਬਾ ਹੈਗਾ ਕਿ ਅਸੀਂ ਸੁਪਰ ਸੀਡਰ ਨਾਲ ਅੱਗ ਨਹੀਂ ਸਾਨੂੰ ਲਗਾਉਣੀ ਚਾਹੀਦੀ, ਸਾਨੂੰ ਵਾਤਾਵਰਨ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ। ਕੀ ਫਾਇਦਾ ਕੀ ਹੋਇਆ ਸੁਪਰ ਸੀਡਰ ਨਾਲ ਬਿਜਾਈ ਕਰਨ ਦਾ? ਸੁਪਰ ਸੀਡਰ ਨਾਲ ਸਰ ਬਿਜਾਈ ਕਰਨ ਦਾ ਇਹ ਫਾਇਦਾ ਹੋਇਆ ਕਿ ਪਰਾਲੀ ਜਿਹੜੀ ਆ ਉਹ ਵਿੱਚੇ ਸਾਡਾ ਢੇਰ ਦਾ ਉਹਨੇ ਕੰਮ ਕਰ ਰਹੀ ਆ ਜੀ। ਤੇ ਨਦੀਨਾਂ ਦਾ ਕੋਈ ਫਰਕ ਪਿਆ ਇਹਦੇ 'ਚ? ਨਦੀਨ ਵੀ ਥੋੜਾ ਘੱਟ ਜੰਮਦੇ ਆ ਜੀ, ਜੰਮਦੇ ਹੈਗੇ ਆ ਲੇਕਿਨ ਉਹਨੇ ਨਹੀਂ ਪੂਰੇ। ਜਿੱਦਾਂ ਆਪਾਂ ਅੱਗ ਲਗਾ ਕੇ ਬੀਜਦੇ ਹਾਂ ਤਾਂ ਨਦੀਨ ਜ਼ਿਆਦਾ ਜੰਮਦੇ ਆ, ਤੇ ਜੇ ਅੱਗ
ਸੁਪਰ ਸੀਡਰ ਨਾਲ ਜਿਹੜੀ ਅਸੀਂ ਬਿਜਾਈ ਕੀਤੀ ਆ ਉੱਥੇ ਨਦੀਨ ਘੱਟ ਜੰਮੇ ਹੈਗੇ। ਕਿੰਨਾ ਚਿਰ ਹੋ ਗਿਆ ਕਸ਼ਮੀਰ ਸਿੰਘ ਜੀ ਤੁਸੀਂ ਪਰਾਲ ਨੂੰ ਜ਼ਮੀਨ 'ਚ ਵਾਹ ਕੇ ਕਣਕ ਦੀ ਕਾਸ਼ਤ ਕਰਨ ਡਏ ਹੋ? ਪਿਛਲੇ ਸਮੇਂ 2-3 ਸਾਲ ਤੋਂ ਕਰ ਰਹੇ ਹਾਂ ਜੀ ਇੱਦਾਂ। ਤੇ 2-3 ਸਾਲ ਤੋਂ ਤੁਹਾਨੂੰ ਖਾਦਾਂ ਦਾ ਕੋਈ ਫਰਕ ਮਹਿਸੂਸ ਹੋਇਆ? ਜੀ ਸਾਨੂੰ ਡੀਏਪੀ ਦੀ ਇਹਦੇ ਵਿੱਚ ਘੱਟ ਲੋੜ ਪੈਂਦੀ ਆ ਜੀ। ਯੂਰੀਏ ਦੀ? ਯੂਰੀਆ ਦੀ ਵੀ ਥੋੜ੍ਹੇ ਘੱਟ ਆ, ਵੈਸੇ ਯੂਰੀਆ ਦੀ ਜ਼ਰੂਰਤ ਪੈਂਦੀ ਹੈਗੀ ਆ ਕਿ ਪਰਾਲੀ ਨੂੰ ਜਦੋਂ ਹੈਗਾ ਯੂਰੀਆ ਅੱਛਾ, ਨਾਲ। ਹੁਣ ਕਸ਼ਮੀਰ ਸਿੰਘ ਜੀ ਇੱਕ ਥੋੜੀ ਜਿਹੀ ਗੱਲ ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਸੁਪਰ ਸੀਡਰ ਨਾਲ ਇਸ ਖੇਤ ਨੂੰ ਬੀਜਿਆ ਤੁਹਾਡਾ ਖਰਚਾ ਕਿੰਨਾ ਕੁ ਆਇਆ? ਦੇਖੋ ਮਸ਼ੀਨ ਤੁਸੀਂ ਲਈ 2.5 ਲੱਖ ਦੀ ਮਸ਼ੀਨ ਵੀ ਹੈਗੀ ਏ, ਤੇ ਜੇ ਤੁਸੀਂ ਕਿਰਾਏ ਤੇ ਚਲਾਉਂਦੇ ਹੋ ਤਾਂ ਕਿੰਨਾ ਕਿਰਾਇਆ ਲੈਂਦੇ ਹੋ? ਅਸੀਂ ਜਿੱਦਾਂ ਜੀ 2300-2400 ਰੁਪਇਆ 2500 ਰੁਪਇਆ ਪਰ ਕਿੱਲੇ ਦਾ ਲੈ ਰਹੇ ਹਾਂ, ਜਿਹਦੇ ਵਿੱਚ ਤੇ ਖਰਚਾ ਕਿੰਨਾ ਆਉਂਦਾ ਜੇ ਆਪਾਂ ਕਿੱਲਾ ਸੁਪਰ ਸੀਡਰ ਨਾਲ ਚਲਾਉਂਦੇ ਤੇ ਕਿੰਨਾ ਖਰਚਾ ਆਉਂਦਾ? 7-800 ਰੁਪਇਆ ਖਰਚਾ ਆਉਂਦਾ ਜੀ ਡੀਜ਼ਲ ਦਾ ਜਿਹੜਾ। 800 ਦਾ ਖਰਚਾ ਆਇਆ ਤੇ ਪਹਿਲਾਂ ਤੁਸੀਂ SMS ਚਲਾ ਕੇ ਹੀ ਵਾਢੀ ਕਰਦੇ ਹੋ? ਹਾਂਜੀ, ਪਹਿਲਾਂ SMS ਚਲਾ ਕੇ। ਹੁਣ ਜੇ ਵੈਸੇ ਆਪਾਂ ਆਪਣੇ ਆ ਕਿਸਾਨ ਵੀਰਾਂ ਨੂੰ ਬੇਨਤੀ ਕਰੀਏ ਕਿ 2500 ਰੁਪਈਆ ਦਾ ਜੇ ਖਰਚਾ ਲੈ ਕੇ ਚੱਲੀਏ ਤੇ 2500 ਰੁਪਏ ਦੇ ਨਾਲ ਕਣਕ ਸਾਰੀ ਬੀਜੀ ਜਾਂਦੀ ਹੈ ਇੱਕ ਕਿੱਲੇ ਦੀ, ਤੇ ਫਾਇਦਾ ਹੀ ਫਾਇਦਾ ਹੈ। ਔਰ 2.5-3 ਸਾਲ ਬਾਅਦ ਯੂਰੀਏ ਦੀ ਔਰ DAP ਦੀ ਵੀ ਖਪਤ ਘਟ ਗਈ ਤੇ ਨਦੀਨਾਂ ਦੀ ਵੀ ਨਦੀਨਨਾਸ਼ਕਾਂ ਦੀ ਵੀ ਖਪਤ ਘਟ ਗਈ ਜੀ। ਹੋਰ ਕੋਈ ਤੁਹਾਨੂੰ ਮਹਿਸੂਸ ਹੋਇਆ ਝਾੜ ਦਾ ਫਰਕ ਪਿਆ ਕੁਛ? ਝਾੜ ਦਾ ਤਾਂ ਸਰ ਜਿੱਦਾਂ ਹੋਇਆ ਮੰਨ ਲਓ ਪਰਾਲੀ ਵਿੱਚ ਆਪਾਂ ਕਰ ਰਹੇ ਹਾਂ ਤੇ ਉਹਦੇ ਨਾਲ ਝਾੜ ਦਾ ਤਾਂ ਐਤਕੀ ਕਣਕ ਤੇ ਲਗਭਗ ਫਸਲ ਬਹੁਤ ਵਧੀਆ ਹੈਗੀ ਆ। ਅੱਛਾ, ਹੁਣ ਉਹ ਕਿਸਾਨ ਜਿਹੜੇ ਕਿ ਪਰਾਲੀ ਨੂੰ ਅੱਗ ਲਾਉਂਦੇ ਨੇ ਉਹਨਾਂ ਵਾਸਤੇ ਕੀ ਸੁਨੇਹਾ ਦਿਓਗੇ ਤੁਸੀਂ? ਆਪਣਾ ਤਜਰਬਾ ਕੀ ਦੱਸੋਗੇ ਆਪਣਾ? ਸਾਡਾ ਤਾਂ ਇਹੀ ਤਜਰਬਾ ਹੈ ਜੀ, ਹਰੇਕ ਇਨਸਾਨ ਨੂੰ ਨਾਲ ਲਓ ਕਿਸਾਨ ਨੂੰ ਪਰਾਲੀ ਵਿੱਚ ਵਾਹੀ ਕਰਨੀ ਚਾਹੀਦੀ ਆ ਤੇ ਸਾਨੂੰ ਵਾਤਾਵਰਨ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ। ਔਰ ਕੁੱਲ ਮਿਲਾ ਕੇ ਇਹਦੇ ਫਾਇਦੇ ਨੇ। ਮੈਨੂੰ ਲੱਗਦਾ ਜੇ ਪਰਾਲੀ ਨੂੰ ਅੱਗ ਲਾ ਕੇ ਕਣਕ ਬੀਜੀਏ ਤੇ ਫਿਰ ਵੀ ਇੰਨਾ ਖਰਚਾ ਤਾਂ ਫਿਰ ਵੀ ਆ ਜਾਂਦਾ। ਜੇ ਆਪਾਂ ਪਰਾਲੀ ਨੂੰ ਵੀ ਅੱਗ ਲਗਾ ਕੇ ਇਦਾਂ ਕਰਦੇ ਹੈਗੇ ਆ, ਫਸਲ ਬੀਜਦੇ ਆ ਕਣਕ, ਤਾਂ ਵੀ ਖਰਚਾ ਆਉਂਦਾ ਹੈਗਾ ਆ ਤੇ ਉਹਦੇ ਨਾਲ ਸਾਨੂੰ ਵਾਤਾਵਰਨ ਵੀ ਖਰਾਬ ਹੁੰਦਾ ਸਾਡਾ। ਸਾਨੂੰ ਖਾਸ ਕਰ ਵਾਤਾਵਰਨ ਦਾ ਖਿਆਲ ਰੱਖਣਾ ਚਾਹੀਦਾ। ਡਾਕਟਰ ਬਲਬੀਰ ਚੰਦ ਜੀ, ਤੁਸੀਂ ਸਹਾਇਕ ਗੰਨਾ ਵਿਕਾਸ ਅਫਸਰ ਹੋ ਤੇ ਗੰਨੇ ਦੀਆਂ ਹੁਣ ਪੂਰਾ ਸਮਾਂ ਚੱਲਣ ਡਿਆ, ਮਿੱਲਾਂ ਜਿਹੜੀਆਂ ਉੱਥੇ ਕਾਫੀ ਰੌਣਕਾਂ ਵੱਧ ਗਈਆਂ, ਲੇਕਿਨ ਕਿਸਾਨ ਜਿਹੜਾ ਹੈ ਕਈ ਵਾਰੀ ਮਾਯੂਸ ਹੁੰਦਾ ਹੈ, ਕਿਸਾਨ ਨੂੰ ਝਾੜ ਘੱਟ ਮਿਲਦਾ ਹੈ, ਕਿਸਾਨ ਨੂੰ ਮਿਲ 'ਚੋਂ ਸਮੇਂ ਸਿਰ ਪੇਮੈਂਟ ਨਹੀਂ ਮਿਲਦੀ। ਇਹ ਕਾਫੀ ਗੱਲਾਂ ਜਿਹੜੀਆਂ ਕਿਸਾਨ ਦੇ ਆਲੇ ਦੁਆਲੇ ਘੁੰਮਦੀਆਂ। ਤੁਸੀਂ ਮਾਹਿਰ ਹੋ, ਕੀ ਕਹਿਣਾ ਚਾਹੋਗੇ? ਦੇਖੋ, ਕਿਸਾਨ ਨੂੰ ਇਹੀ ਬੇਨਤੀ ਆ ਕਿ ਯਾਨੀ ਕਿ ਜਿਹੜਾ ਗੰਨਾ ਹੈਗਾ ਉਹ ਪੂਰਾ ਆਪਣਾ ਕੈਲੰਡਰ ਦੇ ਅਨੁਸਾਰ ਜਦੋਂ ਉਹਨੂੰ ਪਰਚੀ ਮਿਲਦੀ ਆ ਉਦੋਂ ਹੀ ਲੈ ਕੇ ਜਾਵੇ। ਤੇ ਕੈਲੰਡਰ ਕਈ ਵਾਰ ਕਿਸਾਨ ਕੀ ਕਰਦੇ ਆ, ਪਰਚੀ ਉਹਨੂੰ ਮਿਲੀ ਨਹੀਂ ਹੁੰਦੀ, ਜਿਹਦੇ ਕਰਕੇ ਉਦਾਂ ਹੀ ਗੰਨਾ ਲੈ ਜਾਂਦੇ, ਉਹਦੇ ਕਰਕੇ ਫਿਰ ਕਿਸਾਨ ਨੂੰ ਪਰੇਸ਼ਾਨੀ ਆਉਂਦੀ ਆ। ਤੇ ਬਾਕੀ ਜਦੋਂ ਵੀ ਗੰਨਾ ਮਿੱਲ ਦੇ ਵਿੱਚ ਲੈ ਕੇ ਜਾਣਾ, ਉਹਦੀ ਜਿਹੜੀ ਬਣਾਈ ਆ ਉਹ ਵੀ ਘੱਟੋ ਘੱਟ ਖੋਰੀ ਦੇ ਨਾਲ ਕੀਤੀ ਹੋਵੇ, ਆਗ ਵਗੈਰਾ ਨਾ ਲਾਏ ਹੋਣ। ਤੇ ਜੇ ਇਹੋ ਜਿਹੀਆਂ ਗੱਲਾਂ ਦਾ ਆਪਾਂ ਖਿਆਲ ਰੱਖੀਏ ਤਾਂ ਮੇਰੇ ਖਿਆਲ ਆ ਕਿ ਮਿੱਲ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਸੋ ਗੰਨੇ ਦੀ ਫਸਲ ਜਿਹੜੀ ਏ ਉਹ ਇਸ ਵਕਤ ਮਿੱਲਾਂ 'ਚ ਜਾ ਰਹੀ ਏ। ਤੇ ਕਸ਼ਮੀਰ ਸਿੰਘ ਜੀ, ਤੁਸੀਂ ਵੀ ਗੰਨੇ ਦੀ ਕਾਸ਼ਤ ਕਰਦੇ ਹੋ, ਤੁਸੀਂ ਦੱਸ ਰਹੇ ਸੀਗੇ, ਤੇ ਕਿਹੜੀ ਵੈਰਾਈਟੀ ਤੁਸੀਂ ਬੀਜਦੇ ਹੋ ਤੇ ਕਿੰਨਾ ਰਕਬਾ ਤੁਹਾਡਾ ਗੰਨੇ ਥੱਲੇ ਹੈਗਾ? ਸਾਡੇ ਕੋਲ 50 ਕਿੱਲੇ ਆ ਜੀ ਗੰਨੇ ਥੱਲੇ, ਮੰਨ ਲਓ ਜਿਹਦੇ ਵਿੱਚ ਅਸੀਂ 10 ਕਿੱਲੇ 85 ਲਾਇਆ ਹੈਗਾ ਤੇ 40 ਕਿੱਲੇ ਜਿਹੜੇ ਸਾਡੇ ਕੋਲ 38 ਦੇ। ਅੱਛਾ, ਹੁਣ ਜਦੋਂ ਅਸੀਂ ਆਪਾਂ ਅੱਜ ਦੇਖੋ ਸਾਡੇ ਕੋਲ ਮਾਹਿਰ ਵੀ ਆਏ ਨੇ ਤੇ ਗੰਨੇ ਦੀ ਕਾਸ਼ਤ ਦੀ ਜੇ ਗੱਲ ਕਰੀਏ ਤੇ ਮਿਲ ਦੇ ਵਿੱਚ ਤੁਸੀਂ ਲੈ ਕੇ ਗਏ ਹੋ ਗੰਨਾ, ਤੇ ਕਿੰਨੇ ਕੁ ਸਮੇਂ 'ਚ ਉੱਥੇ ਤੁਸੀਂ ਫ੍ਰੀ ਹੋਣ ਡੇ ਹੋ ਤੇ ਕੀ ਤੁਹਾਨੂੰ ਸਮੱਸਿਆ ਮਿਲ 'ਚ ਆਈ ਹੈ? ਮਿੱਲ 'ਚ ਅਸੀਂ ਜੀ ਸਾਡੇ ਲਾਗੇ ਭੋਗਪੁਰ ਪੈਂਦੀ ਹੈਗੀ ਮਿੱਲ, ਅਸੀਂ ਭੋਗਪੁਰ ਜਾਂਦੇ, ਸਰਕਾਰੀ ਕੋਆਪਰੇਟਿਵ ਮਿੱਲ ਭੋਗਪੁਰ ਹੈਗੀ ਆ ਜੀ, ਉੱਥੇ ਸਪਲਾਈ ਕਰ ਰਹੇ ਹਾਂ ਅਸੀਂ ਗੰਨਾ। ਉੱਥੋਂ ਸਾਨੂੰ ਮੰਨ ਲਓ 24 ਤੋਂ 30 ਘੰਟੇ ਦੇ ਵਿੱਚ ਟਰਾਲੀ ਵਿਹਲੀ ਹੁੰਦੀ ਹੈਗੀ ਸਾਡੀ। ਜੀ ਡਾਕਟਰ ਬਲਬੀਰ ਚੰਦ ਜੀ, ਹੁਣ ਇੱਕ ਕਿਸਾਨ ਵਾਸਤੇ ਸਮਾਂ ਤੇ ਦੇਖੋ ਬੜਾ 24 ਘੰਟੇ ਦਾ ਸਮਾਂ ਫਿਰ ਵੀ ਇੱਕ ਦਿਹਾੜੀ ਪੂਰੀ ਲੱਗ ਜਾਂਦੀ ਹੈ। ਕਿੱਦਾਂ ਦੇ ਉਪਰਾਲੇ ਕਿਸਾਨ ਕਰੇ, ਕਿੱਦਾਂ ਦੀ ਸਮੱਸਿਆਵਾਂ ਨੂੰ ਨਜਿੱਠਣਾ ਪੈਂਦਾ ਰਸਤੇ 'ਚ, ਕਿੱਦਾਂ ਦੇ ਉਪਰਾਲੇ ਨੂੰ ਕਰਨੇ ਚਾਹੀਦੇ ਤਾਂ ਕਿ ਮਿੱਲਾਂ ਦਾ ਪ੍ਰਬੰਧ ਵੀ ਤੁਸੀਂ ਦੇਖਣਾ ਹੈ, ਮਿੱਲਾਂ ਦੇ ਵਿੱਚ ਕਿਸਾਨ ਨੇ ਲੈ ਕੇ ਜਾਣਾ ਹੈ ਔਰ ਮਿੱਲ ਦਾ ਵੀ ਪੂਰਾ ਹਿਸਾਬ ਲਾਉਣਾ ਹੈ, ਕਿੱਦਾਂ ਦੀ ਸੋਚ ਕਿਸਾਨ ਦੀ ਹੋਣੀ ਚਾਹੀਦੀ ਹੈ? ਕਿਉਂਕਿ ਪਰਚੀ ਦਾ ਸਿਸਟਮ ਵੀ ਹੈਗਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਆਪਣੇ ਗੁਲਾਟੀ ਜੀ ਇਹ ਗੱਲ ਹੈ ਕਿ ਪਰਚੀ ਦੀ ਜੋ ਮੈਂ ਪਹਿਲਾਂ ਗੱਲ ਕੀਤੀ ਆ, ਫਾਰਮਰ ਨੂੰ ਮੈਸੇਜ ਵੀ ਮੋਬਾਈਲ ਤੇ ਆਉਂਦੇ ਆ ਵੀ ਤੁਹਾਡਾ ਗੰਨਾ ਜਿਹੜਾ ਹੈਗਾ ਤੁਸੀਂ ਅੱਜ ਲੈ ਕੇ ਆਓ। ਜੇ ਆਪਾਂ ਉਹ ਜਦੋਂ ਮੈਸੇਜ ਆ ਜਾਂਦਾ ਮੋਬਾਈਲ ਤੇ, ਜੇ ਆਪਾਂ ਉਦੋਂ ਗੰਨਾ ਲੈ ਕੇ ਜਾਂਦੇ ਆ ਤਾਂ ਉਹਦੇ ਨਾਲ ਵੀ ਘੱਟ ਸਮਾਂ ਉੱਥੇ ਮਿਲ ਦੇ ਵਿੱਚ ਲੱਗਦਾ ਹੈਗਾ। ਕਈ ਵਾਰ ਜਦੋਂ ਆਪਾਂ ਪਰਚੀ ਤੋਂ ਬਗੈਰ ਗੰਨਾ ਲੈ ਜਾਂਦੇ ਆ ਫਿਰ ਜ਼ਿਆਦਾ ਦੇਰ ਤੱਕ ਜਾਣੀ ਕਿ ਕਿਸਾਨ ਨੂੰ ਰੁਕਣਾ ਪੈਂਦਾ ਮਿਲ ਦੇ ਵਿੱਚ। ਅੱਛਾ, ਹੁਣ ਡਾਕਟਰ ਬਲਬੀਰ ਜੀ, ਜੇ ਕਮਾਦ ਦੀ ਕਾਸ਼ਤਕਾਰੀ ਦੀ ਗੱਲ ਕਰੀਏ ਤੇ ਕਈ ਕਿਸਾਨ ਇਹ ਵੀ ਕਹਿ ਰਹੇ ਨੇ ਕਿ ਗੰਨੇ ਦੀ ਜਿਹੜੀ ਰਿਕਵਰੀ ਹੈ ਉਹਦੇ ਵਿੱਚ ਵੀ ਫਰਕ ਨਜ਼ਰ ਆਉਣ ਡਿਆ। ਜੇ ਪਿਛਲੇ ਸਮੇਂ ਝਾਤ ਮਾਰੀ ਉਹਦੇ ਕਾਰਨ ਕਈ ਹੋ ਸਕਦੇ ਨੇ, ਉਹ ਕਾਰਨ ਬਾਰੇ ਤੁਸੀਂ ਬਿਹਤਰ ਜਾਣਦੇ ਹੋਵੋਗੇ। ਰਿਕਵਰੀ ਨੂੰ ਵਧਾਉਣਾ ਜਾਂ ਝਾੜ ਨੂੰ ਵਧਾਉਣਾ, ਇਹ ਵੀ ਇੱਕ ਬੜਾ ਮਹੱਤਵਪੂਰਨ ਨੁਕਤਾ ਹੈ ਜਿਹਦੇ 'ਤੇ ਗੌਰ ਕਰਨ ਦੀ ਲੋੜ ਹੈਗੀ ਏ। ਔਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਰਿਕਵਰੀ ਜਿਹੜੀ ਐਤਕੀ ਘੱਟ ਆ ਰਹੀ ਆ, ਜੋ ਦੇਖਿਆ ਅਸੀਂ ਫੀਲਡ ਵਿੱਚ ਜਾ ਕੇ, ਇੱਕ ਤਾਂ ਜਿਹੜੀਆਂ ਬਾਰਿਸ਼ਾਂ ਐਤਕੀ ਘੱਟ ਹੋਈਆਂ ਉਹਦੇ ਕਰਕੇ ਵੀ ਥੋੜ੍ਹਾ ਜਿਹਾ ਅਸਰ ਹੋਇਆ। ਇੱਕ ਥੋੜ੍ਹਾ ਜਿਹਾ ਟੈਂਪਰੇਚਰ ਜਿਹੜਾ ਹੈਗਾ ਨਵੰਬਰ ਦੇ ਵਿੱਚ ਅੱਪ ਰਿਹਾ,
ਕਿਉਂਕਿ ਉਹ ਜੋ ਸੁਕਰੋਜ਼ ਬਣਨਾ ਸੀ, ਕਿਉਂਕਿ ਜੇ ਘੱਟ ਟੈਂਪਰੇਚਰ ਹੋਊਗਾ ਫੇਰ ਹੀ ਸੁਕਰੋਜ਼ ਦੀ ਮਾਤਰਾ ਵੱਧਦੀ ਹੈਗੀ ਆ, ਉਹਦੇ ਕਰਕੇ ਵੀ ਰਿਕਵਰੀ ਘੱਟ ਆਈ ਆ। ਰਿਕਵਰੀ ਵਧਾਉਣ ਦੇ ਲਈ ਸਾਨੂੰ ਜਿਹੜੀਆਂ ਕਿਸਮਾਂ ਦੀ ਵਿਉਂਤਬੰਦੀ ਆ ਉਹ ਜ਼ਰੂਰ ਕਰ ਲੈਣੀ ਚਾਹੀਦੀ ਆ। ਇੱਕ ਕਿਸਾਨ ਭਰਾ ਕੀ ਕਰਦੇ ਆ ਕਿ ਪੁਰਾਣੀਆਂ ਕਿਸਮਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਬਿਜਾਂਤ ਕਰਦੇ ਆ। ਇੱਕ ਜਿਹੜੀਆਂ ਗੈਰ ਸਿਫਾਰਸ਼ ਕਿਸਮਾਂ ਹੈਗੀਆਂ ਸਾਨੂੰ ਉਹਨਾਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ। ਸਾਨੂੰ ਜਿਹੜੀਆਂ ਸਿਫਾਰਸ਼ ਕੀਤੀਆਂ ਹੋਈਆਂ ਕਿਸਮਾਂ ਯੂਨੀਵਰਸਿਟੀ ਦੀਆਂ ਹੈਗੀਆਂ ਉਹਨਾਂ ਦੀ ਹੀ ਬਿਜਾਈ ਕਰਨੀ ਚਾਹੀਦੀ ਆ। ਔਰ ਵਿਉਂਤਬੰਦੀ ਜਿਹੜੀ ਹੈਗੀ ਆ ਇਹ ਸਾਨੂੰ ਜ਼ਰੂਰ ਕਰ ਲੈਣੀ ਚਾਹੀਦੀ ਆ। ਜੇ ਅਸੀਂ ਵਿਉਂਤਬੰਦੀ ਦੇ ਨਾਲ ਜਿਹੜੀਆਂ ਕਿਸਮਾਂ ਹੈਗੀਆਂ ਜੇ ਅਸੀਂ ਵਿਉਂਤਬੰਦੀ ਦੇ ਨਾਲ ਕਰਦੇ ਆ ਤੇ ਮੇਰੇ ਖਿਆਲ ਰਿਕਵਰੀ ਜਿਹੜੀ ਆ ਉਹਦੇ ਨਾਲ ਮੈਨੂੰ ਨੂੰ ਵੀ ਫਾਇਦਾ ਹੁੰਦਾ ਔਰ ਕਿਸਾਨ ਨੂੰ ਵੀ ਫਾਇਦਾ ਹੁੰਦਾ ਜੀ ਉਹਦਾ। ਡਾਕਟਰ ਬਲਬੀਰ ਜੀ, ਹੁਣ ਆਪਾਂ ਮੁੱਢੇ ਕਮਾਦ ਦੀ ਵੀ ਗੱਲ ਕਰ ਲਈਏ। ਦੇਖੋ, ਇਹ ਵੀ ਹੁਣ ਸਮਾਂ ਚੱਲਦਾ ਪਿਆ ਔਰ ਇਹਦੇ ਬਾਰੇ ਕਾਫੀ ਤੁਸੀਂ ਚਰਚਾਵਾਂ ਵੀ ਚੱਲਦੀਆਂ ਔਰ ਕਿਸਾਨ ਕਾਫੀ ਹੱਦ ਤੱਕ ਇਸ ਸੋਚ ਨੂੰ ਅਪਣਾਉਣ ਦੀ ਕੋਸ਼ਿਸ਼ ਤਾਂ ਕਰਦਾ, ਲੇਕਿਨ ਕਈ ਵਾਰੀ ਨਹੀਂ ਅਪਣਾ ਪਾਉਂਦਾ ਕਿਉਂਕਿ ਇਹ 'ਚ ਖਰਚੇ ਕਾਫੀ ਬਚਦੇ ਨੇ ਸਾਡੇ ਕਿਸਾਨ ਦੇ। ਜੇ ਬਚਾਵੇ ਤੇ ਕੰਮ ਕਰੇ ਮੁੱਢੇ ਕਮਾਦ ਦਾ ਤੇ ਚੰਗਾ ਫਾਇਦਾ ਉਹਨੂੰ ਹੋ ਸਕਦਾ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਕੀ ਖਿਆਲ ਰੱਖਣਾ ਚਾਹੀਦਾ? ਮੋਢਾ ਕਮਾਦ ਤਾਂ ਜ਼ਰੂਰੀ ਹੈ ਜੀ। ਮੋਢਾ ਕਮਾਦ ਸਾਨੂੰ ਘੱਟੋ ਘੱਟ ਆਪਣਾ ਜਿੰਨਾ ਵੀ ਯਾਨੀ ਕਿ ਲਾਉਨੇ ਆ ਆਪਾਂ ਨੂੰ ਅੱਧਾ ਜੇ ਆਪਾਂ ਕਮਾਦ ਲਾਇਆ 10 ਖੇਤ ਲਾਏ ਆ ਆਪਾਂ ਨੂੰ ਅੱਧਾ ਯਾਨੀ ਕਿ ਜ਼ਰੂਰ ਮੋਢਾ ਰੱਖਣਾ ਚਾਹੀਦਾ। ਸਾਨੂੰ ਇੱਕ ਦੋ ਜਿਹੜੇ ਮੋਢੇ ਹੈਗੇ ਉਹ ਜ਼ਰੂਰ ਲੈ ਲੈਣੇ ਚਾਹੀਦੇ ਆ। ਮੋਢੇ ਦੇਖੋ ਹੁਣ ਜਨਵਰੀ ਦੇ ਅਖੀਰ ਵਿੱਚ ਸਾਨੂੰ ਕਟਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਵੇਲੇ ਕੋਰੇ ਦਾ ਜਿਹੜਾ ਹੈਗਾ ਉਹ ਸਮਾਂ ਘੱਟ ਜਾਂਦਾ, ਇਸ ਕਰਕੇ ਮੋਢੇ ਨੂੰ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਇੱਕ ਜਦੋਂ ਆਣ ਕੇ ਕਿਸਾਨ ਨੇ ਮੋਢਾ ਰੱਖਣਾ ਹੈਗਾ ਇਹ ਦੇਖੀਏ ਕਿ ਉਸ ਮੋਢੇ ਨੂੰ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਹਮਲਾ ਨਾ ਜ਼ਿਆਦਾ ਹੋਇਆ ਹੋਵੇ। ਜੇ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਜ਼ਿਆਦਾ ਹਮਲਾ ਹੋਇਆ ਤਾਂ ਸਾਨੂੰ ਉਹਦਾ ਮੋਢਾ ਨਹੀਂ ਰੱਖਣਾ ਚਾਹੀਦਾ ਹੈਗਾ ਜੀ। ਸੋ ਦੇਖੋ, ਇਹ ਕਮਾਦ ਦੇ ਕਾਸ਼ਤਕਾਰ ਭਰਾ ਸਾਡੇ ਸੂਬੇ 'ਚ ਕਾਫੀ ਅਗਾਂਹ ਵਧੂ ਕਾਸ਼ਤਕਾਰ ਨੇ ਤੇ ਇਹ ਨਿੱਕੀ ਨਿੱਕੀਆਂ ਗੱਲਾਂ ਦਾ ਧਿਆਨ ਦੇਣਾ ਵੀ ਬੜਾ ਜ਼ਰੂਰੀ ਹੈ। ਡਾਕਟਰ ਬਲਬੀਰ ਜੀ, ਇੱਕ ਗੱਲ ਹੋਰ ਤੁਹਾਡੇ ਨਾਲ ਨਿਖਾਰ ਲਈਏ ਕਿਉਂਕਿ ਆਮ ਤੌਰ 'ਤੇ ਜਦੋਂ ਅਸੀਂ ਬਿਜਾਈ ਦੀ ਗੱਲ ਕਰ ਰਹੇ ਹਾਂ, ਅੱਗੋਂ ਸਮਾਂ ਇਹ ਵੀ ਆਉਣ ਵਾਲਾ ਹੈਗਾ ਤੇ ਬਹਾਰ ਰੋਦ ਦਾ ਸਮਾਂ ਜਿਹੜਾ ਉਹਦੇ 'ਚ ਬਿਜਾਈ ਆਪਾਂ ਕਰਨੀ ਹੈ। ਬਿਜਾਈ ਵੇਲੇ ਕਿੱਦਾਂ ਦੇ ਸੋਚ ਨੂੰ ਧਿਆਨ 'ਚ ਰੱਖੀਏ ਤਾਂ ਕਿ ਅਗਾਂਹ ਜਾ ਕੇ ਮਿਲ ਦੇ ਵਿੱਚ ਚੰਗਾ ਝਾੜ ਲੈ ਕੇ ਜਾਈਏ, ਰਿਕਵਰੀ ਚੰਗੀ ਹੋਵੇ। ਇਹ ਨੁਕਤੇ ਛੋਟੇ ਛੋਟੇ ਕਈ ਵਾਰੀ ਹੁੰਦੇ ਨੇ, ਉਹ ਨੁਕਤੇ ਸਾਡੇ ਨਾਲ ਸਾਂਝੇ ਜ਼ਰੂਰ ਕਰੋ। ਬਿਜਾਈ ਦੇਖੋ ਜੀ, ਬਿਜਾਈ ਜਿਹੜੀ ਹੈਗੀ ਆ ਸਾਲ ਦੇ ਵਿੱਚ 2 ਵਾਰੀ ਬਿਜਾਈ ਕੀਤੀ ਜਾਂਦੀ ਆ ਜਿਹੜੀ ਕਮਾਦ ਦੀ ਹੈਗੀ ਆ। ਇੱਕ ਕੱਸੂ ਕੱਤੇ ਦੀ ਬਿਜਾਈ ਜੋ ਕਿਸਾਨ ਕਰ ਚੁੱਕਾ, ਇੱਕ ਹੁਣ ਮੋਹਰੇ ਜਿਹੜੀ ਬਿਜਾਈ ਆਉਣ ਵਾਲੀ ਆ ਜਿਹੜੀ ਬਸੰਤ ਰੁੱਤ ਦੀ ਬਿਜਾਈ ਹੈਗੀ ਆ। ਜਿਹੜੀ ਬਸੰਤ ਰੁੱਤ ਦੀ ਬਿਜਾਈ ਆ ਉਹ ਅੱਧ ਫਰਵਰੀ ਤੋਂ ਲੈ ਕੇ ਅਖੀਰ ਮਾਰਚ ਤੱਕ ਕੀਤੀ ਜਾਂਦੀ ਆ। ਜੇ ਅਸੀਂ ਸਮੇਂ ਸਿਰ ਬਿਜਾਈ ਕਰ ਦਿੰਦੇ ਆ ਜੋ ਆਣ ਕੇ ਸਿਫਾਰਿਸ਼ ਕੀਤਾ ਹੋਇਆ ਸਮਾਂ ਹੈਗਾ ਤੇ ਉਹਦੇ ਨਾਲ ਯਾਨੀ ਕਿ ਸਾਨੂੰ ਫਾਇਦਾ ਹੁੰਦਾ ਕਿਉਂਕਿ ਜੇ ਅਸੀਂ ਬਿਜਾਈ ਲੇਟ ਕਰਦੇ ਆ ਉਹਨਾਂ ਸਾਡੀ ਫਸਲ ਇੰਨਾ ਜਾੜ ਨਹੀਂ ਕਰਦੀ ਤੇ ਕੀੜੇ ਮਕੌੜਿਆਂ ਦਾ ਵੀ ਜ਼ਿਆਦਾ ਹਮਲਾ ਹੁੰਦਾ। ਇਸ ਕਰਕੇ ਸਾਨੂੰ ਸਿਫਾਰਿਸ਼ ਕੀਤੇ ਹੋਏ ਸਮੇਂ ਦੇ ਵਿੱਚ ਜਿਹੜੀ ਬਿਜਾਈ ਆ ਉਹ ਕਮਾਦ ਦੀ ਜ਼ਰੂਰ ਕਰ ਦੇਣੀ ਚਾਹੀਦੀ ਆ, ਜ਼ਿਆਦਾ ਲੇਟ ਨਹੀਂ ਕਰਨੀ ਚਾਹੀਦੀ। ਜੇ ਬਾਈ ਦਾ ਵੀ ਸਾਨੂੰ ਲੇਟ ਕਰਨੀ ਵੀ ਪੈ ਜਾਵੇ ਫਿਰ ਸਾਨੂੰ COJ 88 ਜਿਹੜੀ ਵੈਰਾਈਟੀ ਹੈਗੀ ਆ ਉਹਦੀ ਹੀ ਕਰਨੀ ਚਾਹੀਦੀ ਆ ਤੇ ਸਾਨੂੰ ਜਿਹੜਾ ਬੀਜ ਹੈਗਾ ਉਹ ਵੀ ਯਾਨੀ ਕਿ ਵੱਧ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ। ਡਾਕਟਰ ਬਲਕਾਰ ਚੰਦ ਜੀ, ਹੁਣ ਜੇ ਕਣਕ ਦੀ ਗੱਲ ਕਰੀਏ ਤੇ ਕਣਕ ਦੀ ਫਸਲ ਨੂੰ ਚੰਗੀ ਨਸ਼ੋਮਾ ਵਾਸਤੇ, ਚੰਗਾ ਝਾੜ ਲੈਣ ਵਾਸਤੇ ਕੁਝ ਤਕਨੀਕੀ ਨੁਕਤੇ ਵੀ ਹੋਣਗੇ, ਕੁਝ ਐਸੇ ਪੁਆਇੰਟ ਹੋਣਗੇ ਜਿਨ੍ਹਾਂ ਤੇ ਆਪਾਂ ਕਈ ਵਾਰੀ ਗੌਰ ਨਹੀਂ ਕਰਦੇ, ਚਾਹੇ ਉਹ ਪਾਣੀ ਲਾਉਣ ਦੀ ਗੱਲ ਹੈ, ਚਾਹੇ ਖਾਦ ਦੀ ਗੱਲ ਹੈ, ਸਮੇਂ ਦੀ ਗੱਲ ਹੈ, ਕਿਹੜੇ ਸਮੇਂ ਆਪਾਂ ਖਾਦ ਪਾਣੀ ਹੈ। ਤੁਸੀਂ ਵਿਗਿਆਨੀ ਹੋ, ਕਿੱਦਾਂ ਦੀ ਸੋਚ ਕਿਸਾਨ ਰੱਖੇ ਤਾਂ ਕਿ ਕਈ ਵਾਰੀ ਆਪਾਂ ਕੁਤਾਹੀ ਕਰ ਦਿੰਦੇ ਹਾਂ ਤੇ ਫਿਰ ਬਾਅਦ 'ਚ ਪਛਤਾਵਾ ਹੁੰਦਾ। ਇਸ ਵਕਤ ਜਦੋਂ ਦੂਸਰਾ ਪਾਣੀ ਲੱਗਣਾ ਸੀ ਤੇ ਬਾਰਿਸ਼ ਆ ਗਈ। ਬਾਰਿਸ਼ ਜਦੋਂ ਆਉਂਦੀ ਤਾਂ ਕਿਸਾਨ ਵੀਰ ਬੜਾ ਕਨਫਿਊਜ਼ਨ 'ਚ ਆ ਜਾਂਦਾ ਕਿ ਹੁਣ ਪਾਣੀ ਕਦੋਂ ਲਗਾਇਆ ਜਾਵੇ ਜਾਂ ਖਾਦ ਕਿਵੇਂ ਪਾਈ ਜਾਵੇ, ਹੈ ਨਾ। ਤੇ ਇਸ ਵਿੱਚ ਖਾਸ ਤੌਰ 'ਤੇ ਇਹ ਗੱਲ ਧਿਆਨ ਰੱਖਣੀ ਹੈ ਕਿ ਜਿਹੜੀ ਯੂਰੀਆ ਦੀ ਦੂਸਰੀ ਡੋਜ਼ ਆ ਉਹ 55 ਤੋਂ 60 ਦਿਨਾਂ ਵਿੱਚ ਪਾ ਦੇਣੀ ਚਾਹੀਦੀ ਆ। ਹਾਂ, ਜਿੱਥੇ ਕਿਤੇ ਬਾਰਿਸ਼ ਜ਼ਿਆਦਾ ਹੋ ਗਈ ਜਾਂ ਪਾਣੀ ਕਈ ਵਾਰੀ ਪਾਣੀ ਵੀ ਲਗਾਇਆ ਸੀ, ਉਸ ਤੋਂ ਬਾਅਦ ਬਾਰਿਸ਼ ਹੋ ਗਈ ਆ, ਮੀਂਹ ਪੈ ਗਿਆ ਅਤੇ ਜਿਹੜਾ ਨੀਵੀਂ ਸਾਡੀ ਜ਼ਮੀਨ ਸੀਗੀ ਉੱਥੇ ਪਾਣੀ ਖੜ੍ਹ ਗਿਆ ਅਤੇ ਫਸਲ ਜਿਹੜੀ ਉਹ ਪਲਟਣ 'ਤੇ ਆ ਗਈ। ਉਸ ਕੇਸ ਵਿੱਚ ਯੂਰੀਆ ਦੀ ਡੋਜ਼ ਵੀ ਥੋੜ੍ਹੀ 25 ਕਿਲੋ ਪਾ ਸਕਦੇ ਆ, ਨਹੀਂ ਤਾਂ 3% ਦਾ ਘੋਲ ਜਿਹੜਾ ਮਤਲਬ 3 ਕਿਲੋ 100 ਲੀਟਰ ਪਾਣੀ 'ਚ ਮਿਲਾ ਕੇ ਜਿਹੜਾ ਯੂਰੀਆ ਉਹਦੀ ਸਪਰੇਅ ਕਰਤੀ ਜਾਵੇ। ਉਹਦੀ ਸਪਰੇਅ ਦੇ ਨਾਲ ਕੀ ਹੋਊਗਾ, ਉਹ ਜਿਹੜੀ ਨਾਈਟ੍ਰੋਜਨ ਦੀ ਘਾਟ ਆ ਜਾਂਦੀ ਆ ਉਹ ਪੂਰੀ ਹੋ ਜਾਣਗੀ। ਠੀਕ ਹੈ ਜੀ। ਤੀਸਰਾ ਇਹਦੇ 'ਚ ਹੈ ਵੀ ਜਿਹੜੇ ਨਦੀਨਨਾਸ਼ਕ, ਜਿਹੜਾ ਪਹਿਲਾਂ ਵੀ ਗੱਲ ਹੋਈ ਹੈ, ਨਦੀਨਨਾਸ਼ਕਾਂ 'ਚ ਕਈ ਵਾਰੀ ਕਿਸਾਨ ਵੀਰ ਜਿੱਦਾਂ ਹੁਣ ਥੋੜ੍ਹੀਆਂ ਧੁੱਪਾਂ ਘੱਟ ਲੱਗੀਆਂ ਅਤੇ ਥੋੜ੍ਹਾ ਸਮਾਂ ਵੀ ਜ਼ਿਆਦਾ ਹੋ ਰਿਹਾ ਅਤੇ ਕਣਕ ਦੀ ਬਿਜਾਈ ਨੂੰ ਧਿਆਨ 'ਚ ਰੱਖਦੇ ਹੋਏ ਕੋਸ਼ਿਸ਼ ਕਰਨੀ ਚਾਹੀਦੀ ਵੀ ਸਾਨੂੰ 40-45 ਦਿਨਾਂ ਦੇ ਵਿੱਚ ਜਿਹੜੇ ਨਦੀਨਨਾਸ਼ਕ ਆ ਉਹਦੀ ਸਪਰੇਅ ਕਰ ਦੇਣੀ ਚਾਹੀਦੀ ਆ ਔਰ ਪ੍ਰੋਪਰ ਜਿਹੜੀ ਆ ਉਹ ਨੋਜ਼ਲ, ਕੱਟ ਵਾਲੀ ਨੋਜ਼ਲ ਜਿਹੜੀ ਆ, ਟੱਕ ਵਾਲੀ ਨੋਜ਼ਲ ਆ ਉਹ ਵਰਤਣੀ ਚਾਹੀਦੀ ਆ। ਫਲੈਟ ਫੈਨ ਵਾਲੀ ਜਿਹੜੀ ਉਹ ਦੂਸਰੀ ਜਿਹੜੀ ਉਹ ਨਹੀਂ ਵਰਤਣੀ ਚਾਹੀਦੀ ਅਤੇ ਸਹੀ ਤਰੀਕੇ ਨਾਲ ਜਿਹੜੀ ਸਪਰੇਅ ਕਰਨੀ ਚਾਹੀਦੀ ਹੈ। ਡਾਕਟਰ ਬਲਕਾਰ ਜੀ, ਕਈ ਵਾਰੀ ਜਦੋਂ ਫਸਲ ਜਿਹੜੀ ਏ ਉਹ ਆਪਾਂ ਅਗਾਂਹ ਲੈ ਕੇ ਜਾਂਦੇ ਹਾਂ ਅਤੇ ਕਈ ਵਾਰੀ ਨਾ ਮੌਸਮ ਦੇ ਲਿਹਾਜ਼ ਦੇ ਨਾਲ ਤੇਲਾ ਵੀ ਆ ਜਾਂਦਾ ਹੈ ਜਾਂ ਕੋਈ ਸੁੰਡੀ ਵੀ ਜਿਹੜੀ ਏ ਕਈ ਵਾਰੀ ਸਾਨੂੰ ਉਹ ਤੋਂ ਵੀ ਜੂਝਣਾ ਪੈਂਦਾ। ਸੋ ਇਹਦੇ ਬਾਰੇ ਕੁਝ ਖਾਸ ਨੁਕਤੇ ਹੈ ਨੇ ਜਿਹੜੇ ਸਾਨੂੰ ਜ਼ਿਹਨ 'ਚ ਰੱਖਣੇ ਚਾਹੀਦੇ ਨੇ। ਹਾਂ, ਖਾਸ ਤੌਰ 'ਤੇ ਚੇਪਾ, ਜਿੱਦਾਂ ਹੁਣ ਥੋੜ੍ਹੀ ਗਰਮੀ ਵਧਣੀ ਆ
ਖਾਸ ਤੌਰ ਤੇ ਫਰਵਰੀ ਜਿੱਦਾਂ ਥੋੜ੍ਹੀ ਗਰਮੀ ਵਧੇਗੀ ਤੇ ਉਹਦੇ ਨਾਲ ਜਿਹੜਾ ਚੇਪਾ ਉਹਦਾ ਹਮਲਾ ਹੋ ਸਕਦਾ। ਚੇਪੇ ਦੇ ਵਿੱਚ ਤਾਂ ਖਾਸ ਤੌਰ ਤੇ ਇਹੀ ਆ ਕਿ ਪਹਿਲਾਂ ਤਾਂ ਤੁਸੀਂ ਜਿਹੜਾ ਆਰਥਿਕ ਕਗਾਰ ਆਪਾਂ ਦੇਖਣਾ ਵੀ ਖੇਤ ਦੇ ਚਾਰੇ ਪਾਸੇ ਅਸੀਂ 100 ਮਤਲਬ 10-10 ਬੂਟੇ ਜਿਹੜੇ ਇਸ ਤਰ੍ਹਾਂ ਦੇ ਲੈਣੇ ਆ। ਉਹ ਜਦੋਂ ਸਿੱਟੇ ਦੇ ਉੱਪਰ ਜੇ 5 ਸਿੱਟਿਆਂ ਮਤਲਬ 5 ਤੇਲੇ ਇੱਕ ਸਿੱਟੇ ਦੇ ਉੱਪਰ ਹੋਣ ਫਿਰ ਆਪਾਂ ਸਪਰੇਅ ਕਰਨੀ ਹੈ। ਸਪਰੇਅ ਤਾਂ ਉਹ 20 ਗ੍ਰਾਮ ਜਿਹੜੀ ਥਾਈਮੋਕਸਮ ਜਿਹੜੀ ਆ ਉਹ ਕਰਨੀ ਆ, ਜਿਹਨੂੰ ਐਕਟਾਰਾ ਕਹਿੰਦੇ ਆ ਪੰਜਾਬੀ 'ਚ। ਅਤੇ ਜਾਂ ਫਿਰ ਅਸੀਂ ਨਿੰਮ ਦਾ ਘੋਲ ਵੀ ਕਰ ਸਕਦੇ ਹਾਂ। ਹਾਂ 2 ਲੀਟਰ ਨਿੰਮ ਦਾ ਘੋਲ 100 ਲੀਟਰ ਪਾਣੀ 'ਚ ਮਿਲਾ ਕੇ ਉਹ ਸਪਰੇਅ ਕਰ ਸਕਦੇ ਹਾਂ। ਇਹ ਨਿੰਮ ਦਾ ਘੋਲ ਕਿਵੇਂ ਤਿਆਰ ਕਰਨਾ ਇਹ ਵੀ ਦੱਸ ਦਿਓ ਸਾਨੂੰ। ਜੀ ਨਿੰਮ ਦਾ ਘੋਲ ਕੀ ਆ ਕਿ 2 ਕਿਲੋ ਆਪਾਂ ਜਿੱਦਾਂ ਉਹਦੇ 'ਚ ਨਿੰਬੋਲੀਆਂ ਹੋ ਸਕਦੀਆਂ, ਹਰੀਆਂ ਟਹਿਣੀਆਂ ਹੋ ਸਕਦੀਆਂ, ਹਰੇ ਪੱਤੇ ਹੋ ਸਕਦੇ, ਉਹਨੂੰ ਅੱਧਾ ਮਤਲਬ ਉਹਨੂੰ 10 ਲੀਟਰ ਪਾਣੀ 'ਚ ਮਿਲਾ ਲਓ। 4 ਕਿਲੋ ਨੂੰ 10 ਲੀਟਰ ਪਾਣੀ 'ਚ ਮਿਲਾ ਕੇ 30 ਕੁ ਮਿੰਟ ਲਈ ਉਹਨੂੰ ਉਬਾਲ ਦਿਓ ਪਾਣੀ 'ਚ, ਮਤਲਬ ਉਹਨੂੰ ਪਾਣੀ ਦੇ ਵਿੱਚ ਉਹਨੂੰ ਗਰਮ ਪਾਣੀ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਕਰਕੇ ਉਹਦਾ ਘੋਲ ਤਿਆਰ ਹੋ ਜਾਊਗਾ। ਉਹਦੇ ਵਿੱਚੋਂ 2 ਲੀਟਰ ਲੈ ਕੇ ਅਤੇ ਫਿਰ ਉਹ ਜਿਹੜਾ 100 ਲੀਟਰ ਪਾਣੀ 'ਚ ਮਿਲਾ ਕੇ ਅਸੀਂ ਸਪਰੇਅ ਕਰ ਦੇਣੀ ਹੈ ਅਤੇ ਉਹਦੇ ਨਾਲ ਜਿਹੜਾ ਚੇਪਾ ਆ ਖਾਸ ਤੌਰ 'ਤੇ ਤੇਲਾ ਜਿਹੜਾ ਉਹਦਾ ਹਮਲਾ ਉਹ ਠੀਕ ਹੋ ਜਾਏਗਾ। ਆਸ ਹੈ ਕਿ ਤੁਸੀਂ ਜ਼ਰੂਰ ਇਹਨਾਂ ਛੋਟੇ-ਛੋਟੇ ਨੁਕਤਿਆਂ ਦਾ ਧਿਆਨ ਦਿਓਗੇ ਤੇ ਆਪਣੀ ਖੇਤੀ ਨੂੰ ਦੂਣ ਸਵਾਇਆ ਕਰੋਗੇ। ਅਸੀਂ ਧੰਨਵਾਦੀ ਹਾਂ ਡਾਕਟਰ ਸੁਰਿੰਦਰ ਸਿੰਘ ਜੀ ਦੇ, ਡਾਕਟਰ ਬਲਬੀਰ ਚੰਦ ਜੀ ਦੇ, ਡਾਕਟਰ ਬਲਕਾਰ ਚੰਦ ਜੀ ਦੇ ਤੇ ਡਾਕਟਰ ਅਮਰੀਕ ਸਿੰਘ ਦੇ, ਜਿਨ੍ਹਾਂ ਨੇ ਪੂਰਾ ਇੰਤਜ਼ਾਮ ਅੱਜ ਸਾਨੂੰ ਇਹਨਾਂ ਖੇਤਾਂ 'ਚ ਲੈ ਕੇ ਆਏ ਨੇ। ਬਹੁਤ ਬਹੁਤ ਮਿਹਰਬਾਨੀ ਜੀ।